Good morning, everybody. Very warm welcome to your own channel ਹੁਨਰ ਕਲਾਸਿਸ ਪਟਿਆਲਾ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਦੋਸਤੋ, ਇੰਗਲਿਸ਼ ਮਾਸਟਰ ਕੈਡਰ ਦੀ ਆਪਣੀ ਸੀਰੀਜ਼ ਚੱਲ ਰਹੀ ਆ। ਲਾਸਟ ਲੈਕਚਰ ਦੇ ਵਿੱਚ ਆਪਾਂ ਕੀ ਕੀਤਾ ਸੀ? ਲਾਸਟ ਲੈਕਚਰ ਦੇ ਵਿੱਚ ਆਪਾਂ ਐਂਗਲੋ ਸੈਕਸਨ ਜਿਹੜੀ ਏਜ ਹੈਗੀ ਆ, ਉਸ ਤੋਂ ਬਾਅਦ ਐਂਗਲੋ ਨਾਰਮਨ, ਫਿਰ ਰੈਨੇਸਾਂ ਰਿਵਾਈਵਲ ਦੀ ਜਿਹੜੀ ਏਜ ਸੀਗੀ ਉੱਥੇ ਤੱਕ ਲੈ ਕੇ ਆਏ ਸੀ। ਤੇ ਆਪਾਂ ਜਿਵੇਂ ਡਿਸਕਸ ਕੀਤਾ ਸੀ ਕਿ ਰਿਵਾਈਵਲ ਜਾਂ 1500 ਏਡੀ ਤੋਂ ਲੈ ਕੇ ਟਿਲ ਨਾਓ ਹੁਣ ਤੱਕ ਦਾ ਜਿਹੜਾ ਲਿਟਰੇਚਰ ਆ ਉਹੀ ਆਪਣੇ ਸਿਲੇਬਸ ਦੇ ਵਿੱਚ ਆ, ਤੇ ਉਹੀ ਆਪਾਂ ਰੈਨੇਸਾਂ ਤੋਂ ਜਾਂ ਕਹਿ ਲਓ ਰਿਵਾਈਵਲ ਵਾਲੀ ਏਜ ਤੋਂ, ਜਾਂ ਤੁਸੀਂ ਕਹਿ ਸਕਦੇ ਹੋ ਕਿ ਕੁਈਨ ਐਲਿਜ਼ਾਬੈਥ 1500 ਤੋਂ ਅੱਗੇ ਤੋਂ ਲੈ ਕੇ ਆਪਾਂ ਸਾਰਾ ਟਿਲ ਨਾਓ ਹੁਣ ਤੱਕ ਜਿਹੜਾ ਹੈਗਾ ਡਿਸਕਸ ਕਰਾਂਗੇ। ਸਿਲੇਬਸ ਦੇ ਵਿੱਚ ਇਹ ਸਾਰਾ ਪੋਰਸ਼ਨ ਹੈਗਾ ਜੀ, ਇੰਗਲਿਸ਼ ਲਿਟਰੇਚਰ ਕਿਵੇਂ ਡਿਵੈਲਪ ਹੋਈ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟ ਅਸ ਸਟਾਰਟ ਵਿਦ ਫਸਟ ਏਜ ਇਜ਼ ਐਲਿਜ਼ਾਬੈਥਨ ਪੀਰੀਅਡ, ਮਹਾਰਾਣੀ ਐਲਿਜ਼ਾਬੈਥ ਦਾ ਪੀਰੀਅਡ। ਇਹਦੇ ਵਿੱਚ ਵਿਲੀਅਮ ਸ਼ੇਕਸਪੀਅਰ, ਕ੍ਰਿਸਟੋਫਰ ਮਾਰਲੋਵ ਤੇ ਐਡਮੰਡ ਸਪੈਂਸਰ ਵਰਗੇ ਜਿਹੜੇ ਫਨਕਾਰ ਨੇ ਜਾਂ ਬਹੁਤ ਅੱਛੇ ਰਾਈਟਰ ਤੇ ਆਥਰ ਨੇ ਉਹ ਆਉਂਦੇ ਆ, ਤੇ ਇਹਨੂੰ ਇਸੇ ਕਰਕੇ ਵਿਲੀਅਮ ਸ਼ੇਕਸਪੀਅਰ ਦੀ ਏਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਸ਼ੇਕਸਪੀਅਰ ਬਹੁਤ ਹੀ ਮਹਾਨ ਜਿਹੜੇ ਹੈਗੇ ਆ ਦੁਨੀਆ ਦੇ ਡਰਾਮਾਟਿਸਟ ਹੋਏ ਆ। ਸੈਕੰਡ ਇਜ਼ ਜੈਕੋਬੀਅਨ ਏਜ, ਜੈਕੋਬੀਅਨ ਪੀਰੀਅਡ, ਐਂਡ ਇਟ ਇਜ਼ ਆਲਸੋ ਕਾਲਡ ਏਜ ਆਫ ਡਨ, ਜੌਨ ਡਨ ਦੀ ਏਜ ਦੇ ਨਾਲ ਵੀ ਜਾਣਿਆ ਜਾਂਦਾ। ਇਹਨੂੰ ਤੁਸੀਂ ਖੁਦ ਪੜ੍ਹ ਸਕਦੇ ਹੋ। ਐਲਿਜ਼ਾਬੈਥਨ ਏਜ 1558 ਤੋਂ 1603 ਤੱਕ ਰਹੀ, ਇਹ ਤੁਸੀਂ ਤੁਹਾਡੇ ਆਪਣੇ ਪੜ੍ਹਨ ਲਈ ਆ ਦੋਸਤੋ। ਉਸ ਤੋਂ ਬਾਅਦ ਨੰਬਰ 3 ਇਜ਼ ਔਗਸਟਨ ਪੀਰੀਅਡ, ਇਹਨੂੰ ਕਿਹਾ ਜਾਂਦਾ ਏਜ ਆਫ ਪੋਪ। ਪੋਪ ਅਲੈਗਜ਼ੈਂਡਰ ਪੋਪ ਜਿਹੜੇ ਹੈਗੇ ਆ ਬਹੁਤ ਹੀ ਮਸ਼ਹੂਰ, ਬਹੁਤ ਹੀ ਫੇਮਸ ਜਿਹੜੇ ਹੈਗੇ ਆ ਆਥਰ ਹੋਏ, ਪੋਇਟ ਹੋਏ। ਉਸ ਤੋਂ ਬਾਅਦ ਰੋਮਾਂਟਿਕ ਪੀਰੀਅਡ, ਰੋਮਾਂਟਿਕ ਤੋਂ ਬਾਅਦ ਵਿਕਟੋਰੀਅਨ ਪੀਰੀਅਡ, ਦੈਨ ਮਾਡਰਨ ਪੀਰੀਅਡ, ਦੈਨ ਜਿਹੜੇ ਹੁਣ ਆਪਾਂ ਕੰਟੈਂਪਰੇਰੀ ਜੀ ਰਹੇ ਹਾਂ, ਜਿਹੜਾ 1940 ਤੋਂ ਲੈ ਕੇ ਹੁਣ ਤੱਕ ਦਾ ਲਿਟਰੇਚਰ ਜਿਹੜਾ ਲਿਖਿਆ ਗਿਆ ਜਾਂ ਲਿਖਿਆ ਜਾ ਰਿਹਾ, ਦੈਟ ਇਜ਼ ਕਾਲਡ ਕੰਟੈਂਪਰੇਰੀ ਪੀਰੀਅਡ। ਐਂਡ ਲਾਸਟ ਬਟ ਨਾਟ ਦਾ ਲੀਸਟ ਇੰਡੀਅਨ ਰਾਈਟਿੰਗਸ, ਇੰਡੀਅਨ ਰਾਈਟਿੰਗਸ ਇਨ ਇੰਗਲਿਸ਼। ਹੁਣ ਦੋਸਤੋ ਇੱਥੇ ਕਈ ਸਟੂਡੈਂਟਸ ਦਾ ਜਿਹੜਾ ਕੁਆਇਰੀਜ਼ ਹੁੰਦੀਆਂ ਨੇ, ਮੈਂ ਕਈ ਵਾਰ ਮੈਂ ਪੁੱਛਦਾ ਆਫਲਾਈਨ ਕਲਾਸ ਦੇ ਵਿੱਚ, ਜਿਹੜੇ ਬੱਚੇ ਮਤਲਬ ਇੰਗਲਿਸ਼ ਦੇ ਸਟੂਡੈਂਟ ਵੀ ਹੁੰਦੇ ਆ ਜਾਂ ਨਹੀਂ ਵੀ ਹੁੰਦੇ, ਐਸਐਸ ਵਗੈਰਾ ਦਾ ਕੰਬੀਨੇਸ਼ਨ ਹੁੰਦਾ, ਤੇ ਇੰਗਲਿਸ਼ ਉਹਨਾਂ ਨੇ ਜਸਟ ਗ੍ਰੈਜੂਏਸ਼ਨ ਦੇ ਵਿੱਚ ਕੀਤੀ ਹੁੰਦੀ ਹੈ ਤੇ ਬੀਐਡ ਦੇ ਵਿੱਚ ਕੀਤੀ ਹੁੰਦੀ ਆ। ਜਦੋਂ ਉਹਨਾਂ ਨੂੰ ਏਜਿਸ ਬਾਰੇ ਪੁੱਛਿਆ ਜਾਂਦਾ ਤਾਂ ਇੱਕ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਸੈਟਿਸਫੈਕਟਰੀ ਆਨਸਰ ਮੈਨੂੰ ਨਹੀਂ ਮਿਲਦਾ। ਉਹਦੇ ਲਈ ਆਪਾਂ ਇੱਕ ਸਿੰਪਲ ਜੀ ਟ੍ਰਿਕ ਬਣਾਈ ਆ, ਜਿਹੜੀ ਕਿ ਆਪਣੇ ਥਰੂ ਆਊਟ ਦਾ ਹੋਲ ਕੋਰਸ ਕੰਮ ਕਰੂਗੀ। ਜਿੰਨੀਆਂ ਵੀ ਏਜਿਸ ਨੇ ਤੇ ਉਹ 'ਚ ਜਿੰਨੇ ਵੀ ਰਾਈਟਰ ਨੇ ਉਹਨਾਂ ਨੂੰ ਆਪਾਂ ਬੜੇ ਵਧੀਆ ਤਰੀਕੇ ਨਾਲ ਟ੍ਰਿਕਸ ਦੇ ਨਾਲ ਡਿਫਾਈਨ ਕਰਾਂਗੇ, ਟ੍ਰਿਕਸ ਦੇ ਨਾਲ ਅੱਗੇ ਲੈ ਕੇ ਚੱਲਾਂਗੇ। ਸੋ ਇੱਥੇ ਹੁਣ ਧਿਆਨ ਦਿਓ ਥੋੜਾ, ਮੈਂ ਇੱਕ ਪਿਕਚਰ ਬਣਾਉਣ ਲੱਗਾ, ਤੁਸੀਂ ਉਸ ਪਿਕਚਰ ਨੂੰ ਆਇਡੈਂਟੀਫਾਈ ਕਰਨਾ ਦੋਸਤੋ। ਹੇਅਰ ਇਟ ਇਜ਼, ਤੁਸੀਂ ਦੱਸਣਾ ਕਿ ਪਿਕਚਰ ਕਿਸ ਚੀਜ਼ ਦੀ ਹੈਗੀ ਆ। ਇਹ ਜ਼ਿਆਦਾਤਰ ਜਿਹੜਾ ਹੈਗਾ ਸਾਇੰਸ ਲੈਬ ਦੇ ਵਿੱਚ ਇਸ ਤਰ੍ਹਾਂ ਦੀ ਪਿਕਚਰ ਵੇਖੀ ਜਾਂਦੀ ਹੈ। 5 ml, 10 ml, 15 ml ਕੀ ਹੈਗਾ ਦੋਸਤੋ ਇਹ? ਹਾਂ, ਮੈਨੂੰ ਪਤਾ ਕਿ ਬੜੇ ਈਜ਼ੀਲੀ ਤੁਸੀਂ ਆਇਡੈਂਟੀਫਾਈ ਕਰ ਚੁੱਕੇ ਹੋਵੋਗੇ। ਪੰਜਾਬੀ 'ਚ ਇਹਨੂੰ ਬੀਕਰ ਕਹਿ ਲੈਂਦੇ ਆ, ਤੇ ਇੰਗਲਿਸ਼ ਦੇ ਵਿੱਚ ਸਾਇੰਸ ਲੈਬ ਦੇ ਵਿੱਚ ਜਾਂ ਸਾਇੰਸ ਦੇ ਜਿਹੜੇ ਟੂਲਸ ਹੁੰਦੇ ਆ ਉਹਦੇ ਵਿੱਚ ਕੰਮ ਆਉਂਦਾ, ਉਹਨੂੰ ਕਹਿੰਦੇ ਆ ਜੀ ਜਾਰ। ਸੋ ਜਾਰ ਦੇ ਨਾਂ ਤੇ ਹੁਣ ਦੇਖੋ ਆਪਾਂ ਇਹ ਏਜਿਸ ਆ ਜਿਹੜੀਆਂ, ਇਹਨੂੰ ਕ੍ਰੋਨੋਲੋਜੀਕਲ ਇੱਕ ਆਰਡਰ ਦੇ ਵਿੱਚ, ਜਿਹੜੀਆਂ ਕਿ ਤੁਸੀਂ, ਮੈਂ ਗਰੰਟੀ ਦਿੰਦਾ ਕਿ ਸਾਰੀ ਉਮਰ ਤੁਸੀਂ ਨਹੀਂ ਭੁੱਲੋਗੇ, ਉਸ ਤਰੀਕੇ ਨਾਲ ਤੁਹਾਨੂੰ ਯਾਦ ਕਰਾਵਾਂਗੇ। ਇੱਕ ਟ੍ਰਿਕ ਬਣੀ ਹੈ ਇਹਦੀ, ਉਹਦਾ ਇੱਕ ਕਾਰਨ ਆ ਇਹ ਜਿਹੜੀ ਇਮੇਜ ਇੱਥੇ ਬਣਾਈ ਹੈ ਆਇਡੈਂਟੀਫਾਈ ਕਰਨ ਦਾ। ਦੇਖੋ ਜੇ ਏ ਆਰ ਬਣ ਗਿਆ ਨਾ ਜਾਰ। ਜੇ ਤੇ ਜੈਕੋਬੀਅਨ ਪੀਰੀਅਡ, ਏ ਤੇ ਔਗਸਟਨ ਪੀਰੀਅਡ, ਆਰ ਤੇ ਰੋਮਾਂਟਿਕ ਪੀਰੀਅਡ। ਆਪਾਂ ਸਿੰਪਲ ਜੀ ਲਾਈਨ ਬਣਾਵਾਂਗੇ ਇੱਕ, E ਫॉर ਐਲਿਜ਼ਾਬੈਥਨ ਆਪਾਂ ਲਿਖਾਂਗੇ EH, ਮਤਲਬ A। ਪੰਜਾਬੀ ਦਾ ਸ਼ਬਦ ਨੂੰ ਇੰਗਲਿਸ਼ 'ਚ ਲਿਖ ਲਾਂਗੇ just for fun sake or just to remember all these things or the chronological order of the ages. A, JAR, jar, V for Victorian, V for V, ਪੰਜਾਬੀ 'ਚ ਮੈਂ ਵਾਵੇ ਨੂੰ ਬਿਹਾਰੀ V, A जार V मेरा
M for modern, M for मेरा, C for contemporary, C for C, मतलब पंजाबी जिमें C लिखते हैं ਆਪਾਂ ਉਹ ਵਾਲਾ, ਤੇ ਆ V ਜਿਹੜਾ ਪੰਜਾਬੀ ਚ V ਲਿਖਦੇ ਆ ਇਹ ਸਮਝ ਲਿਆ ਜਾਵੇ ਇਹਨੂੰ, ਹੈ ਨਾ। ਸੋ ਕੀ ਬਣ ਗਿਆ, A जार V मेरा C। ਤੁਸੀਂ ਦੋਸਤੋ ਸਿਰਫ ਇੱਕੋ ਲਾਈਨ ਯਾਦ ਕਰਨੀ ਆ, A ਜਿਹੜੀ ਪਿਕਚਰ ਤੁਸੀਂ ਆਇਡੈਂਟੀਫਾਈ ਕੀਤੀ ਸੀ जार, A जार V मेरा C। E for Elizabethan period, A, JAR जार, J for Jacobean, A for Augustan, R for romantic period। Then V for Victorian period, V मेरा, M for modern, M for मेरा, C for contemporary, C ਜਿੱਦਾਂ ਆਪਾਂ ਲਿਖਿਆ ਹੈ ਨਾ, A जार B मेरा C। ਇੱਕ ਟ੍ਰਿਕ ਆ ਬਸ ਯਾਦ ਰੱਖਣ ਦੀ, ਤੁਸੀਂ ਲਾਈਫ ਦੇ ਵਿੱਚ ਆਈ ਥਿੰਕ ਨਹੀਂ ਭੁੱਲੋਗੇ ਇਹ ਟ੍ਰਿਕ ਦੇ ਹਿਸਾਬ ਨਾਲ, ਜੇ ਤੁਸੀਂ ਏਜਿਸ ਯਾਦ ਕਰੋਗੇ। ਰੈਨੇਸਾਂ ਜਦੋਂ ਬਦਲਾਅ ਦੀ ਸਥਿਤੀ ਆਈ 1500 ਈਸਵੀ ਦੇ ਨੇੜੇ ਤੇੜੇ, ਜਦੋਂ ਜਿਹੜੇ ਬ੍ਰਿਟਿਸ਼ ਦੇ ਤੁਸੀਂ ਕਹਿ ਸਕਦੇ ਹੋ ਕਿ ਦੁਨੀਆ ਨੂੰ ਲੱਭਣ ਲਈ ਤੁਰੇ ਸੀਗੇ, ਹੈ ਨਾ, ਤੇ ਜਹਾਜ਼ਾਂ ਦੇ ਵਿੱਚ ਉਹਦਾ ਹੀ ਇੱਕ ਪਾਰਟ ਸੀ ਕਿ ਇੰਡੀਆ ਵੀ ਉਹਨਾਂ ਨੇ ਲੱਭਿਆ, ਤੇ ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਇੰਡੀਆ ਦੇ ਵਿੱਚ ਆ ਕੇ ਵਪਾਰ ਕੀਤਾ, ਦੈਨ ਆਪਾਂ ਨੂੰ ਜਿਹੜਾ ਹੈਗਾ ਕਬਜ਼ਾ ਕਰ ਲਿਆ ਇੰਡੀਆ ਤੇ। ਲਾਈਕਵਾਈਜ਼ ਉਹਨਾਂ ਨੇ ਕੈਨੇਡਾ ਤੇ ਅਮਰੀਕਾ ਤੇ ਉੱਥੇ ਵੀ ਕਬਜ਼ਾ ਕੀਤਾ। ਤਾਂ ਇਹ ਜਦੋਂ ਸਾਰੇ ਥਾਵੇਂ ਉਹਨਾਂ ਨੇ ਆਪਣਾ ਕਬਜ਼ਾ ਕੀਤਾ, ਮਤਲਬ ਇੱਕ ਵਪਾਰ ਦੇ ਥਰੂ, ਦੈਨ ਉਹਨਾਂ ਦੀਆਂ ਕਾਲੋਨੀਜ਼ ਬਣ ਗਈਆਂ ਸੀ। ਕਾਲੋਨੀਜ਼ ਨੂੰ ਜਿਹੜੀ ਉਹਨਾਂ ਦੀ ਆਪਣੀ ਲੈਂਗੁਏਜ ਸੀ, ਇੰਨਾ ਪ੍ਰਭਾਵ ਰਿਹਾ ਕਾਲੋਨੀਜ਼ ਤੇ ਕਿ ਉਹਨਾਂ ਨੇ ਵੀ ਇੰਗਲਿਸ਼ ਉੱਥੇ ਸਪਰੈਡ ਹੁੰਦੀ ਰਹੀ ਟਾਈਮ ਟੂ ਟਾਈਮ, ਤੇ ਜਿਹੜੇ ਅੱਜ ਅਮਰੀਕਾ 'ਚ ਬੈਠੇ ਆ ਉਹ ਵੀ ਅੱਜ ਤੱਕ ਇੰਗਲਿਸ਼ ਦੀਆਂ ਲੈਂਗੁਏਜ ਦੇ ਵਿੱਚ ਜਿਹੜੀਆਂ ਬੁੱਕਸ ਲਿਖ ਰਹੇ ਆ, ਅਮਰੀਕਾ ਵਾਲੇ ਵੀ, ਕੈਨੇਡਾ ਵਾਲੇ ਵੀ, ਜਾਂ ਮਤਲਬ ਬਹੁਤ ਜ਼ਿਆਦਾ ਕਿੰਨੇ ਦੇਸ਼ ਸੀਗੇ ਜਿਹੜੇ ਕਿ ਬ੍ਰਿਟਿਸ਼ ਰਾਜ ਦੀਆਂ ਕਾਲੋਨੀਆਂ ਸੀਗੀਆਂ, ਹੈ ਨਾ। ਤਾਂ ਆਪਾਂ ਉਹ ਚੀਜ਼ਾਂ ਹੀ ਪੜ੍ਹਾਂਗੇ ਇਹਦੇ ਵਿੱਚ। ਕੁਛ ਇੱਕ ਅਮਰੀਕਾ ਦੇ ਰਾਈਟਰ ਵੀ ਨੇ ਆਪਾਂ ਗਿਣ ਲਈਏ ਤਾਂ, ਤੇ ਸੈਕਿੰਡਲੀ ਇਹਦੇ ਵਿੱਚ ਡਬਲਿਨ ਆਇਰਲੈਂਡ, ਹੈ ਨਾ, ਆਇਰਲੈਂਡ ਦੇ ਵਿੱਚ ਹੀ ਆ ਡਬਲਿਨ, ਆਇਰਲੈਂਡ ਦੇ ਵੀ ਕਾਫੀ ਰਾਈਟਰ ਹੈਗੇ ਆ। ਪੋਲੈਂਡ ਦਾ ਇੱਕ ਰਾਈਟਰ ਹੈਗਾ, ਅਮਰੀਕਾ ਦਾ ਇੱਕੋ ਹੀ ਹੈਗਾ T.S. ਐਲੀਅਟ। ਉਸ ਤੋਂ ਬਾਅਦ ਜੇ ਕਰੀਏ ਇੰਡੀਅਨ ਰਾਈਟਿੰਗ ਦੇ ਤਾਂ ਹੈਗੇ ਹੀ ਆ, ਹੈ ਨਾ। ਇੱਕ ਬ੍ਰਿਟਿਸ਼, ਜਦੋਂ ਬ੍ਰਿਟਿਸ਼ ਆਰਮੀ ਇੱਥੇ ਸੀਗੀ, ਇੱਕ ਜਾਰਜ ਔਰਵੈਲ ਨਾਮ ਦੇ ਆਪਣੇ ਰਾਈਟਰ ਹੈਗੇ ਆ, ਆਥਰ ਹੈਗੇ ਆ, ਜਿਹੜੇ ਕਿ ਆਪਾਂ ਕਵਰ ਕਰਾਂਗੇ ਕੰਟੈਂਪਰੇਰੀ ਏਜ ਦੇ ਵਿੱਚ। ਉਹਨਾਂ ਦਾ ਬਿਹਾਰ ਮੋਤੀਹਰੀ ਦੇ ਵਿੱਚ ਜਨਮ ਹੁੰਦਾ, ਹੈ ਨਾ। ਤਾਂ ਇਸੇ ਤਰ੍ਹਾਂ ਕਾਫੀ ਰਾਈਟਰ ਹੈਗੇ ਆ ਜਿਨ੍ਹਾਂ ਦਾ ਵੱਖਰੇ ਵੱਖਰੇ ਥਾਂ ਤੇ ਜਨਮ ਹੁੰਦਾ। ਜਿਹੜੇ 50 ਦੇ ਨੀਅਰ ਅਬਾਊਟ ਆਥਰ ਨੇ ਉਹ ਬ੍ਰਿਟੇਨ ਦੇ ਹੋਏ ਆ ਜਾਂ ਇੰਗਲੈਂਡ ਦੇ ਹੋਏ ਆ, ਤੇ ਬਾਕੀ 10 ਇੰਡੀਅਨ ਰਾਈਟਿੰਗ ਵਾਲੇ ਆਪਾਂ ਪੜ੍ਹਨੇ ਆ। ਇਹ ਨਹੀਂ ਕਿ ਇਹਨਾਂ ਏਜਿਸ ਦੇ ਵਿੱਚ ਸਿੰਪਲ ਆਹੀ ਰਾਈਟਰ ਸੀ, ਆਪਣੇ ਸਿਲੇਬਸ ਦੇ ਵਿੱਚ ਮਾਸਟਰ ਕੈਡਰ ਦੇ ਵਿੱਚ ਇਹੀ ਏਜਿਸ ਨੇ ਤੇ ਇਹੀ 72 ਰਾਈਟਰ ਨੇ, ਹੈ ਨਾ। ਤੇ ਇਦਾਂ ਦਾ ਬਹੁਤ ਹੋਇਆ, ਹਜ਼ਾਰਾਂ ਹੀ ਹੋਇਆ ਰਾਈਟਰ, ਪਰ ਆਪਣੇ ਕੋਲੇ ਜਿਹੜੇ ਜਿਹੜੇ ਹੈਗੇ ਆਪਾਂ ਉਹੀ ਪੜਾਂਗੇ, ਓਬਵੀਅਸ ਜੀ ਗੱਲ ਆ, ਹੈ ਨਾ। ਤੇ ਇਸੇ ਤਰ੍ਹਾਂ ਆਪਾਂ ਹੁਣ ਆਹ ਕਰ ਲਿਆ, ਆਪਾਂ ਨੂੰ ਪਤਾ ਲੱਗ ਗਿਆ ਕ੍ਰੋਨੋਲੋਜੀ ਕਿ ਜਿਹੜੀ ਏਜਿਸ ਹੈਗੀਆਂ ਉਹ ਕਿਵੇਂ ਇੱਕ ਆਰਡਰ ਦੇ ਵਿੱਚ ਆਪਾਂ ਪੁੱਟ ਕਰਨੀਆਂ ਨੇ। ਤੇ ਉਸ ਤੋਂ ਬਾਅਦ ਆਪਾਂ ਕੱਲੀ ਕੱਲੀ ਏਜ ਨੂੰ ਪੜ੍ਹਦੇ ਜਾਵਾਂਗੇ। ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਰਾਈਟਰ ਲਵਾਂਗੇ ਐਡਮੰਡ ਸਪੈਂਸਰ, ਜਿਨ੍ਹਾਂ ਦਾ ਜਨਮ 1552 ਦੇ ਵਿੱਚ ਇੰਗਲੈਂਡ ਦੇ ਵਿੱਚ ਹੁੰਦਾ। ਉਸ ਤੋਂ ਬਾਅਦ ਟਿਲ ਨਾਓ, ਹੁਣ ਤੱਕ ਕੰਟੈਂਪਰੇਰੀ ਏਜ ਦੇ ਵਿੱਚ ਤੇ ਇੰਡੀਅਨ ਰਾਈਟਿੰਗ ਏਜ ਦੇ ਵਿੱਚ, ਇੱਥੇ ਲਿਆ ਕੇ ਆਪਾਂ ਸਿਲੇਬਸ ਨੂੰ ਛੱਡ ਦੇਵਾਂਗੇ। ਪਹਿਲਾਂ ਆਪਾਂ ਥਿਊਰੀ ਕਰਾਂਗੇ, ਦੈਨ ਉਹਦੇ ਵਰਕਸ ਕਰਾਂਗੇ, ਤੇ ਫਿਰ MCQs ਕਰਾਂਗੇ, ਤੇ ਬਿਲਕੁਲ ਲਾਸਟ ਦੇ ਵਿੱਚ ਜਾ ਕੇ ਜਿਹੜੀਆਂ ਛੋਟੀਆਂ ਛੋਟੀਆਂ ਟ੍ਰਿਕਸ ਨੇ, ਜਿਵੇਂ ਨੋਬਲ ਪ੍ਰਾਈਜ਼ ਕਿੰਨਾ ਕਿੰਨਾ ਨੂੰ ਮਿਲੇ ਤੇ ਉਹਦੀ ਕੀ ਟ੍ਰਿਕ ਆ, ਹੈ ਨਾ। ਤੇ ਇੰਡੀਅਨ ਰਾਈਟਿੰਗ ਦੇ ਵਿੱਚ ਪਦਮ ਭੂਸ਼ਣ ਇਹ ਵਾਲੇ ਸਾਰੇ ਆਪਾਂ ਡਿਸਕਸ ਕਰਾਂਗੇ ਦੋਸਤੋ। ਤੇ ਆਪਾਂ ਇੱਥੋਂ ਸ਼ੁਰੂ ਕਰਾਂਗੇ ਐਲਿਜ਼ਾਬੈਥਨ ਤੋਂ, ਫਿਰ ਜਕੇਬੀਅਨ, ਅਗਸਟਨ, ਰੋਮਾਂਟਿਕ, ਵਿਕਟੋਰੀਅਨ, ਮਾਡਰਨ, ਕੰਟੈਂਪਰੇਰੀ, ਇੰਡੀਅਨ ਰਾਈਟਿੰਗ। ਇਹਨਾਂ ਨੂੰ ਸਾਰਿਆਂ ਨੂੰ ਕਰਦੇ ਜਾਵਾਂਗੇ ਸੀਰੀਅਲ ਆਰਡਰ ਦੇ ਵਿੱਚ। ਸਭ ਤੋਂ ਪਹਿਲਾਂ ਜਿਹਦਾ ਜਨਮ ਹੁੰਦਾ ਸਭ ਤੋਂ ਉੱਪਰ ਆਊਗਾ, ਤੇ ਬਿਲਕੁਲ ਲਾਸਟ ਤੱਕ ਹੁਣ ਤੱਕ ਸੀਰੀਅਲ ਆਰਡਰ 'ਚ ਹੀ ਚੱਲਾਂਗੇ, ਉਹਨਾਂ ਦੇ ਬਰਥ ਈਅਰ ਦੇ ਹਿਸਾਬ ਨਾਲ, ਈਵਨ ਬਰਥ ਡੇਟ ਦੇ ਹਿਸਾਬ ਨਾਲ ਵੀ। ਸੋ ਐਲਿਜ਼ਾਬੈਥਨ ਪੀਰੀਅਡ ਆ ਜੀ, ਆਪਾਂ ਡਿਸਕਸ ਕੀਤਾ ਸੀ, ਇਹਦੇ ਵਿੱਚ 3 ਰਾਈਟਰ ਨੇ। ਜੈਕੇਬੀਅਨ ਪੀਰੀਅਡ ਆ ਜੀ, ਇਹਦੇ ਵਿੱਚ 4 ਰਾਈਟਰ ਨੇ। ਅਗਸਟਨ ਪੀਰੀਅਡ ਆ ਜੀ, ਇਹਦੇ ਵਿੱਚ 5 ਰਾਈਟਰ ਨੇ। ਧਿਆਨ ਨਾਲ ਸੁਣਦੇ ਜਾਇਓ, ਆਪਾਂ ਸੀਰੀਜ਼ ਨਹੀਂ ਤੋੜਨੀ, ਹੈ ਨਾ। ਜੇ ਤੁਸੀਂ ਇੱਕ ਬੈਸਟ ਵੇ ਦੇ ਨਾਲ ਇੰਗਲਿਸ਼ ਮਾਸਟਰ ਕੈਡਰ ਦੀ ਤਿਆਰੀ ਕਰਨੀ ਆ ਤਾਂ ਯੂ ਆਲ ਹੈਵ ਟੂ ਬੀ ਵੈਰੀ ਅਟੈਂਟਿਵ, ਹੈ ਨਾ।
रोमांटिक पीरीयड जिन्होंने वर्ड्सवर्थ की एज भी कह सकते हैं आप, तो ये दोस्तों 12 राइटर्स ने। दैन विक्टोरियन ये 13 हैगे आ, मॉडर्न दे विच भी 13 हैगे आ। दैन लास्ट वन इज कंटैंपरेरी, आप पहला भी डिस्कस कर चुके हैं। देर आर 12 राइटर्स इन कंटैंपरेरी एज। ते लास्ट वन इज इंडियन राइटिंग, इट कंसिस्ट्स ऑफ 10 राइटर्स। शुरू करांगे जी एलिजाबेथन पीरियड तो, है ना दोस्तों। सो विदाउट वेस्टिंग एनी टाइम लेट अस स्टार्ट विद एलिजाबेथन पीरियड। सो एज ऑफ एलिजाबेथ, महारानी एलिजाबेथ की जी एज सी वो कदों शुरू होंगी है दोस्तों, इट वॉज फ्रॉम 1550 टू 1625 AD। इन्ना टाइम इन्हों की जी एज रही है या एलिजाबेथन पीरीयड रहा। आप रीसेंटली डिस्कस किया जी एलिजाबेथन एज के बारे, किन्ने राइटर है ये जी 3 राइटर है ना। फर्स्ट वन इज एडमंड स्पेंसर, सेकेंड वन इज क्रिस्टोफर मार्लोव, and the last is William Shakespeare। ठीक है जी। सो ये भी जिमें एडमंड स्पेंसर है 1552 के जन्म होंदा दोस्तों। क्रिस्टोफर मार्लोव जिहड़ा है 1564 के बर्थ होंदा। क्रिस्टोफर मार्लोव तो बाद विलियम शेक्सपीयर भी जिहड़े है 1564 के जन्म होंदा। आप इस तरह इनक्रीजिंग ऑर्डर दे विच लिखते रहांगे टिल नाउ कंटैंपरेरी पीरीयड तक आउंदे आउंदे, है ना। सो एडमंड स्पेंसर 1552 दे विच, क्रिस्टोफर मार्लोव 1564 दे विच, विलियम शेक्सपीयर 1564 दे विच। इन्हां दा जन्म जिहड़ा हैगा क्रिस्टोफर मार्लोव साहब दा फैब दे विच हुंदा ते इन्हां दा अप्रैल दे विच हुंदा। इट वॉज इन 23rd of April। ठीक है दोस्तों। सो इतों पता लगता कि सब तो पहला जिहड़ा राइटर आप शुरू करांगे एडमंड स्पेंसर, दैन वी विल डू क्रिस्टोफर मार्लोव एंड थर्ड वन इज विलियम शेक्सपीयर। सो अगे आप इनू शुरू करते हैं दोस्तों। तो एक गल होर मैं बड़ी तुहानूं पहले ही दस देवां, क्रिस्टोफर मार्लोव ते विलियम शेक्सपीयर नूं मन्निया जांदा कि इक्को सीगे, कि इन्हां ने कोई क्रिस्टोफर मार्लोव ने एक डैथ दा जिहड़ा हैगा आपां कह दईए ड्रामा रचिया ते दैन वो विलियम शेक्सपीयर के रूप दे विच दुनिया सामने आए, है ना। ये तो थोड़ा जिहा तुसीं आप भी रिसर्च करियो, है ना, क्योंकि जिहड़े इन्हां दे प्ले आ क्रिस्टोफर मार्लोव दे उदों खत्म हो जाते हैं जदों विलियम शेक्सपीयर शुरू हुंदा। तो वक्रे वक्रे हिस्टोरीअन जिहड़े लिटरेरी हिस्टोरीअन आ उन्हां दीयां वक्रियां वक्रियां राय ने। मेरा काम सी तुहानूं दसना ते मैं दस चुकिया। अगे आप शुरू करते हैं जी एलिजाबेथन पीरीयड का जिहड़ा हैगा करैक्टरिस्टिक्स की ने। एलिजाबेथन एज इज नेम्ड आफ्टर द रियन ऑफ द लास्ट ट्यूडर मोनार्क ऑफ इंग्लैंड। ट्यूडर हैगा जी वेल्स प्लस ब्रिटेन नूं मिला के जिहड़े रूल करते सी उदों। ते एलिजाबेथ एज दा नाम एलिजाबेथन एज कातों रखिया गया क्योंकि एलिजाबेथ जिहड़ी क्वीन सीगी वो ट्यूडर मोनार्क तो इंग्लैंड दे तो बाद आई क्वीन एलिजाबेथ वन हू रूल्ड फ्रॉम 1558 टू 1603। इन्हूं याद रखो जी, एलिजाबेथन एज 1558 तो लैके 1603। बट द थिंग इज एलिजाबेथन जिहड़ी एज दे विच क्वीन एलिजाबेथ वन हैगी आ, इन्हां दा जन्म कदों हुंदा जी 1533 ਦੇ ਵਿੱਚ। ਇਹ 1558 ਦੇ ਵਿੱਚ ਥਰੋਨ ਤੇ ਆਉਂਦੇ ਆ, 1603 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਆ। ਅੱਗੇ ਆਪਾਂ ਦੇਖਦੇ ਹਾਂ ਕੀ ਆ, ਦਿਸ ਇਜ਼ ਨਾਟ ਜਸਟ ਲਿਮਿਟਡ ਟੂ ਦਾ ਪੀਰੀਅਡ ਵੈਨ ਐਲਿਜ਼ਾਬੈਥ ਰੂਲਡ। ਇੱਥੋਂ ਤੱਕ ਹੀ ਨਹੀਂ ਇਹ ਐਲਿਜ਼ਾਬੈਥਨ ਪੀਰੀਅਡ ਰਹਿੰਦਾ ਜਿੱਥੇ ਤੱਕ ਉਹਨੇ ਰੂਲ ਕੀਤਾ, ਜਾਨੀ ਕਿ 1603 ਤੱਕ। ਕਿੱਥੇ ਤੱਕ ਰਹਿੰਦਾ ਫਿਰ? देयर आर सर्टन लिटरेरी करैक्टरिस्टिक्स which developed during Elizabeth's reign and continued after her death in 1603। कुछ एक इस तरह दी विशेषताइयां ਜਾਂ करैक्टरिस्टिक्स बन गई लिटरेरी ਜਿਹੜੀਆਂ ਉਹਨਾਂ ਦੀ ਡੈਥ ਤੋਂ ਬਾਅਦ ਵੀ ਜਿਹੜੀਆਂ ਹੈਗੀਆਂ लागू ਰਹੀਆਂ, ਹਨਾ। ਅਕੋਰਡਿੰਗ ਟੂ WH ਹਡਸਨ ਇਹ ਕਹਿੰਦੇ ਨੇ ਵੀ ਕਾਲ ਐਲਿਜ਼ਾਬੈਥਨ all the years from the beginning of the Queen's reign to the period of James I's death in 1625। ਹੁਣ ਜੇਮਸ 1 ਕੌਣ ਆ ਜੀ? ਐਲਿਜ਼ਾਬੈਥ 1 ਤੋਂ ਬਾਅਦ ਜਿਹੜੇ ਆਏ ਗੱਦੀ ਤੇ ਥਰੋਨ ਤੇ ਉਹ ਸੀਗੇ ਕਿੰਗ ਜੇਮਸ 1 ਤੇ ਉਹਨਾਂ ਨੇ ਰਾਜ ਕੀਤਾ 1603 ਤੋਂ ਲੈ ਕੇ 1625 ਤੱਕ। ਤਾਂ ਇਹ ਜਿਹੜਾ ਕਿੰਗ ਜੇਮਸ 1 ਨੇ ਰਾਜ ਕੀਤਾ ਇੰਗਲੈਂਡ ਦੇ ਉੱਪਰ 1603 ਤੋਂ 25, ਇਹਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ
ਜੈਕੋਬੀਅਨ ਪੀਰੀਅਡ ਹੈ ਨਾ, ਜਿਹੜਾ ਆਪਾਂ ਪੜਾਂਗੇ ਵੀ। ਬਟ ਇੰਨਾ ਪ੍ਰਭਾਵ ਸੀ ਮਹਾਰਾਣੀ ਐਲਿਜ਼ਾਬੈਥ ਦਾ ਕਿ ਇਸ ਜੈਕੋਬੀਅਨ ਪੀਰੀਅਡ ਜਾਂ ਜੇਮਸ 1 ਨੂੰ ਢੱਕ ਲਿਆ। ਉਹਦੀ ਪਪੂਲੈਰਿਟੀ ਨੇ ਐਲਿਜ਼ਾਬੈਥ ਦੀ ਪਪੂਲੈਰਿਟੀ ਨੇ, ਤੇ ਉਹਨੂੰ ਵੀ ਇਹਦੇ ਵਿੱਚ ਹੀ ਗਿਣਿਆ ਜਾਣ ਲੱਗ ਗਿਆ ਐਲਿਜ਼ਾਬੈਥਨ ਪੀਰੀਅਡ ਦੇ ਵਿੱਚ, ਹੈ ਨਾ। However, the period of James' reign from 1603 to 1625 is sometimes taken as the different period called Jacobean period। ਇਹਨੂੰ ਜੈਕੋਬੀਅਨ ਪੀਰੀਅਡ ਵੀ ਕਿਹਾ ਜਾਂਦਾ, ਹੈ ਨਾ। ਅੱਗੇ ਦੇਖਦੇ ਹਾਂ ਦੋਸਤੋ। Elizabeth I's 45 years of reign is generally considered to be one of the glorious and golden period in English history। ਇੰਗਲਿਸ਼ ਲੈਂਗੁਏਜ ਜਾਂ ਇੰਗਲੈਂਡ ਦੇ ਵਿੱਚ ਇਹਨੂੰ ਕਿਹੜਾ ਪੀਰੀਅਡ ਕਿਹਾ ਜਾਂਦਾ? ਗਲੋਰੀਅਸ ਤੇ ਗੋਲਡਨ ਪੀਰੀਅਡ ਇੰਗਲਿਸ਼ ਹਿਸਟਰੀ ਦੇ ਵਿੱਚ, ਕਿਉਂਕਿ ਮਹਾਰਾਣੀ ਇੰਨੀ ਡੈਡੀਕੇਟਡ ਸੀ ਐਲਿਜ਼ਾਬੈਥ 1 ਆਪਣੇ ਕੰਟਰੀ ਨੂੰ ਕਿ ਉਹਨੇ ਤਾ ਉਮਰ ਮੈਰਿਜ ਨਹੀਂ ਕਰਵਾਈ, ਤੇ ਉਹ ਆਪਣੇ ਆਪ ਨੂੰ ਕੁਈਨ ਮੈਰੀ ਕਹਾਉਣਾ ਪਸੰਦ ਕਰਦੀ ਸੀ, ਹੈ ਨਾ। ਤੇ ਇਹ ਕੁਈਨ ਮੈਰੀ ਕਹਾਉਣ ਦੇ ਪਿੱਛੇ ਕੀ ਹਿਸਟਰੀ ਪੇਪਰ 'ਚ ਨਹੀਂ ਆਊਗੀ, ਪਰ ਤੁਸੀਂ ਆਪਣਾ ਇੱਕ ਵਾਰ ਗੂਗਲ ਸਰਚ ਜ਼ਰੂਰ ਕਰ ਲਿਓ ਦੋਸਤੋ। ਨੈਕਸਟ, ਹਰ ਰੀਜਨ ਸੌ ਅ ਰਾਈਜ਼ ਇਨ ਦ ਕਨਸੈਪਟ ਆਫ ਨੈਸ਼ਨਲਿਜ਼ਮ। ਜਦੋਂ ਤੱਕ ਉਹ ਰਹੀ, ਇੱਕ ਤਾਂ ਜਿਹੜਾ ਨੈਸ਼ਨਲਿਜ਼ਮ ਮਤਲਬ ਆਪਣੇ ਦੇਸ਼ ਦੇ ਲਈ ਬਲੀਦਾਨ ਦੇਣ ਵਾਲੀ ਜਾਂ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਹੋਈ ਇੰਗਲੈਂਡ ਦੇ ਵਿੱਚ। ਐਜ਼ ਅ ਰਿਜ਼ਲਟ ਐਲਿਜ਼ਾਬੈਥਨ ਇੰਗਲੈਂਡ ਸਾਹ ਸਿਗਨੀਫਿਕੈਂਟ ਗਰੋਥ ਇਨ ਕਲਚਰਲ ਡਿਵੈਲਪਮੈਂਟ। ਇਸ ਕਰਕੇ ਕਲਚਰ ਬਹੁਤ ਡਿਵੈਲਪ ਹੋਇਆ ਉਹਨਾਂ ਦਾ। The Queen herself was a great patron of arts and her actions, image and court atmosphere led to flourishing of arts and literature in the period। Queen Elizabeth ਜਿਹੜੇ ਹੈਗੇ ਆਰਟ ਦੇ ਖੁਦ ਬੜੇ ਸ਼ੌਕੀਨ ਸੀਗੇ, ਇਸੇ ਕਰਕੇ ਲਿਟਰੇਚਰ ਉਹਨਾਂ ਦੇ ਪੀਰੀਅਡ ਦੇ ਵਿੱਚ ਲਿਟਰੇਚਰ ਦੀ ਤੇ ਆਰਟਸ ਦੀ ਬਹੁਤ ਉન્નਤੀ ਹੋਈ, ਹੈ ਨਾ, ਫਲੋਰਿਸ਼ ਕੀਤਾ। During this period, England made significant advances in the realm of navigation and exploration। ਕੁਈਨ ਐਲਿਜ਼ਾਬੈਥ ਜਦੋਂ ਥਰੋਨ ਦੇ ਉੱਪਰ ਸੀਗੇ ਤਾਂ ਨੈਵੀਗੇਸ਼ਨ ਮੀਨਸ ਦਿਸ਼ਾਵਾਂ ਦੇਖਣੀਆਂ, ਹੈ ਨਾ, ਵੀ ਕਿਹੜੀ ਦਿਸ਼ਾ ਵੱਲ ਕੀ ਆ, ਹੈ ਨਾ, ਦੁਨੀਆ ਦੀ ਖੋਜ ਕਰਨੀ, ਤੇ ਐਕਸਪਲੋਰੇਸ਼ਨ ਤੇ ਵੱਖਰੀ ਜਗ੍ਹਾ ਲੱਭਣੀ, ਉਹਦਾ ਬਹੁਤ ਪ੍ਰਚਲਨ ਵਧਿਆ, ਹੈ ਨਾ। ਤੇ ਜਿਵੇਂ ਕਿ ਆਪਾਂ ਜੇ ਐਗਜ਼ਾਮਪਲ ਦੇ ਤੌਰ ਤੇ ਲੈ ਲਈਏ ਤਾਂ ਇੰਡੀਆ ਦੇ ਵਿੱਚ ਵੀ 1600 ਦੇ ਨੇੜੇ ਤੇੜੇ ਇੱਕ ਮਹਾਰਾਣੀ ਨੇ ਸ਼ਾਹੀ ਫਰਮਾਨ ਲੈ ਕੇ ਭੇਜਿਆ ਸੀ, ਜਦੋਂ ਇੰਡੀਆ ਦੇ ਵਿੱਚ ਜਹਾਂਗੀਰ ਜਾ ਕੇ ਸਲੀਮ ਤੇ ਅਨਾਰਕਲੀ ਵਾਲਾ, ਉਹਨਾਂ ਨੂੰ ਹੀ ਜਹਾਂਗੀਰ ਕਹਿੰਦੇ ਆ, ਤਾਂ ਉਹ ਬਾਦਸ਼ਾਹ ਜਿਹੜਾ ਸੀਗਾ ਇੱਥੇ ਇੰਡੀਆ 'ਚ ਆਪਣਾ ਰੂਲ ਕਰ ਰਿਹਾ ਸੀਗਾ, ਤਾਂ ਉੱਥੋਂ ਵਪਾਰ ਕਰਨ ਦੇ ਮੰਤਵ ਨਾਲ ਰਾਣੀ ਨੇ ਸ਼ਾਹੀ ਫਰਮਾਨ ਲੈ ਕੇ ਭੇਜਿਆ। ਸੋ ਇਟ ਬਿਗੇਨ colonization of the Americas with Walter Raleigh's excursion to the Atlantic shore। Atlantic ਸਾਈਡ ਜਿਹੜੇ ਹੈਗੇ ਆ ਰੈਲੇ ਸਾਹਿਬ ਗਏ, ਐਂਡ ਐਸਟੈਬਲਿਸ਼ਮੈਂਟ ਆਫ ਰੌਂਗ ਕਲੋਨੀ, ਇੱਕ ਕਾਲੋਨੀ ਅਮਰੀਕਾ ਨੂੰ ਵੀ ਇਹਨਾਂ ਨੇ ਇੱਕ ਕਾਲੋਨੀ ਬਣਾ ਲਿਆ, ਠੀਕ ਹੈ ਦੋਸਤੋ। ਉਸ ਤੋਂ ਬਾਅਦ ਕੁਝ ਹਿੱਸੇ ਦੇ ਉੱਪਰ ਜਿਹੜਾ ਹੈਗਾ ਇਹਨਾਂ ਨੇ ਆਪਣਾ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਇਹਨਾਂ ਦਾ ਕਬਜ਼ਾ ਰਿਹਾ, ਹੈ ਨਾ। ਤੇ ਦੁਨੀਆ ਦੇ ਕਾਫੀ ਕੰਟਰੀਜ਼ ਨੇ ਜਿਨ੍ਹਾਂ ਦੇ ਉੱਪਰ ਇੰਗਲੈਂਡ ਦਾ ਕਬਜ਼ਾ ਰਿਹਾ ਕਿਸੇ ਟਾਈਮ, ਹੈ ਨਾ। ਇੰਗਲੈਂਡ's reputation as a strong naval power, ਇੰਗਲੈਂਡ ਜਿਹੜਾ ਹੈਗਾ ਨੇਵਲ ਪਾਵਰ, ਨੇਵੀ ਫੌਜ ਹੁੰਦੀ ਹੈ ਜਿਹੜੀ, ਹੈ ਨਾ, ਪਾਣੀ ਵਾਲੀ, was enshrined in history by its defeat of the Spanish Armada in 1588। 1588 ਦੇ ਵਿੱਚ ਕੀ ਹੋਇਆ ਦੋਸਤੋ, ਜਿਹੜੀ ਨੇਵੀ ਸੀ ਬ੍ਰਿਟੇਨ ਦੀ ਜਾਂ ਇੰਗਲੈਂਡ ਦੀ ਕਹਿ ਸਕਦੇ ਹਾਂ, ਉਹਨਾਂ ਨੇ ਸਪੇਨ ਦੀ ਨੇਵਲ ਫੋਰਸ, ਜਿਹੜੀ ਕਿ ਦੁਨੀਆ ਦੇ ਵਿੱਚ ਸਭ ਤੋਂ ਜਿਹਦੀ ਇੱਕ ਧਾਕ ਮੰਨੀ ਹੋਈ ਸੀਗੀ ਕਿ ਸਭ ਤੋਂ ਸਪੇਨ ਦੀ ਜਿਹੜੀ ਨੇਵਲ ਫੋਰਸ ਜਿਹਦਾ ਨਾਮ ਸੀਗਾ ਐਰਮਡਾ, ਉਹਨੂੰ ਹਰਾ ਦਿੱਤਾ, ਹੈ ਨਾ। ਉਹ ਵੀ ਕੀ ਹੋਇਆ, ਇੰਗਲੈਂਡ ਦੀ ਫੇਵਰ 'ਚ ਗਿਆ। ਹਾਲਾਂਕਿ ਜਿਹੜਾ ਅਟੈਕ ਹੈਗਾ ਉਹ ਸਪੇਨ ਵਾਲਿਆਂ ਨੇ ਕੀਤਾ ਸੀ, ਤੇ ਉਹ ਸਪੇਨ ਵਾਲੀ ਐਰਮਡਾ ਨੂੰ ਹਰਾ ਦਿੱਤਾ ਇੰਗਲੈਂਡ ਨੇ, ਹੈ ਨਾ। The Spanish Armada was a fleet assembled and dispatched by King Philip II of Spain। ਜਿਹੜਾ ਕਿੰਗ ਫਿਲਿਪ ਸੀਗਾ ਸਪੇਨ ਦਾ, ਉਹਨੇ ਕੀ ਕੀਤਾ, ਇੰਗਲੈਂਡ ਤੇ ਇਨਵੇਡ ਕੀਤਾ, ਹਮਲਾ ਕੀਤਾ। ਉਹਨੇ ਸੋਚਿਆ ਕਿ ਆਪਾਂ ਕਬਜ਼ਾ ਕਰ ਲਈਏ, ਬਟ ਦ ਥਿੰਗ ਇਜ਼ ਕਿ ਉੱਥੇ ਐਲਿਜ਼ਾਬੈਥ ਦਾ ਰੂਲ ਹੀ ਇੰਨਾ ਵਧੀਆ ਸੀਗਾ, ਉਹਦਾ ਜਿਹੜਾ ਸਿਸਟਮ, ਡਿਸਿਪਲਿਨ ਤੇ ਸਾਰੀਆਂ ਚੀਜ਼ਾਂ ਮਿਲਾ ਕੇ ਉਹਨੇ ਜਿਹੜਾ ਹੈਗਾ ਹਮਲੇ ਨੂੰ, ਅਟੈਂਪਟ ਨੂੰ ਅਨਸਕਸੈਸਫੁਲ ਕਰਤਾ। ਜਿਹੜੀ ਨੇਵਲ ਫੋਰਸ ਸੀਗੀ, ਉੱਥੋਂ ਪਤਾ ਲੱਗ ਜਾਂਦਾ ਕਿ ਉਹਨਾਂ ਦੀ ਨੇਵੀ ਬਹੁਤ ਸਟਰੋਂਗ ਹੋ ਚੁੱਕੀ ਸੀਗੀ ਦੋਸਤੋ। ਨੈਕਸਟ,
Queen Elizabeth I of England held the defeat of Armada as one of her greatest achievement. ਉਹਦੀ ਬਹੁਤ ਵੱਡੀ ਅਚੀਵਮੈਂਟ ਸੀ ਅਸਿਸਟਿੰਗ ਦਾ ਡਿਕਲਾਈਨ ਆਫ ਦਾ ਸਪੈਨਿਸ਼ ਐਮਪਾਇਰ, ਸਪੇਨ ਦਾ ਐਮਪਾਇਰ ਜਿਹੜਾ ਹੈਗਾ ਧਰਾਸ਼ਾਹੀ ਕਰਕੇ ਰੱਖ ਦਿੱਤਾ। ਬਾਏ ਦਾ ਟਰਨ ਆਫ ਦਾ ਸੈਂਚੁਰੀ, ਜਦੋਂ 1558 ਤੋਂ ਬਾਅਦ ਨੈਕਸਟ ਸੈਂਚੁਰੀ ਸ਼ੁਰੂ ਹੋਈ, ਇੰਗਲੈਂਡ ਕੇਮ ਐਟ ਦਾ ਫੋਰਫਰੰਟ ਆਫ ਇੰਟਰਨੈਸ਼ਨਲ ਟ੍ਰੇਡ, ਇੰਟਰਨੈਸ਼ਨਲ ਟ੍ਰੇਡ ਦੇ ਫੋਰਫਰੰਟ ਮਤਲਬ ਮੂਹਰੇ ਹੋ ਗਿਆ ਦੁਨੀਆ ਦੇ ਵਿੱਚ, ਐਂਡ ਰੇਸ ਆਫ ਕੋਲੋਨਾਈਜੇਸ਼ਨ, ਦੂਜਿਆਂ ਨੂੰ ਗੁਲਾਮ ਬਣਾਉਣ ਦੀ ਰੇਸ ਦੇ ਵਿੱਚ। ਫਿਰ ਹੀ ਆਪਣੇ 1400 ਮੇਰੇ ਖਿਆਲ 98 ਦੇ ਵਿੱਚ ਵਾਸਕੋ ਡੀ ਗਾਮਾ ਸਾਹਿਬ ਇੰਡੀਆ ਦੀ ਖੋਜ ਕਰਦੇ ਆ। ਉਸ ਤੋਂ ਨਾਲ ਦੀ ਨਾਲ ਗੋਰੇ ਆ ਜਾਂਦੇ ਆ 1600 ਈਸਵੀ ਦੇ ਵਿੱਚ, ਹੈ ਨਾ, 1600 ਏਡੀ ਦੇ ਵਿੱਚ, ਕਿ ਮਹਾਰਾਣੀ ਐਲਿਜ਼ਾਬeth ਨੇ ਸਾਨੂੰ ਭੇਜਿਆ ਕਿ ਇੰਡੀਆ 'ਚ ਜਾ ਕੇ ਵਪਾਰ ਕਰੋ। ਤਾਂ ਮੁਗਲ ਬਾਦਸ਼ਾਹ ਜਹਾਂਗੀਰ ਨੇ ਕਿਹਾ ਕਿ ਵੀ ਤੁਸੀਂ ਭਾਈ ਕੋਈ ਲਿਖਤੀ ਫਰਮਾਨ ਉਹਨਾਂ ਦਾ ਹੋਵੇ, ਕੁਛ ਕਾਗਜ਼ ਤਾਂ ਦਿਖਾਓ। ਉਹ ਕਹਿੰਦੇ ਜੀ ਉਹ ਤਾਂ ਸਾਡੇ ਕੋਲ ਹੈ ਨਹੀਂ। ਉਹ ਕਹਿੰਦਾ ਫਿਰ ਚਲੋ ਜਾਓ ਵਾਪਸ ਤੇ ਆਪਣੀ ਰਾਣੀ ਤੋਂ ਲਿਖਾ ਕੇ ਲਿਆਓ, ਹੈ ਨਾ। ਫਿਰ ਨੈਕਸਟ ਉਹ ਥੋੜ੍ਹੇ ਸਾਲਾਂ ਬਾਅਦ ਫਿਰ ਆਏ, ਕਿਉਂਕਿ ਉਦੋਂ ਜਹਾਜ਼ ਵਗੈਰਾ ਤਾਂ ਹੈ ਨਹੀਂ ਸੀ ਉੱਡਣ ਵਾਲੇ, ਹੈ ਨਾ, ਤੇ ਪਾਣੀ ਵਾਲੇ ਜਹਾਜ਼ ਦੇ ਥਰੂ ਹੀ ਆਉਂਦੇ ਸੀਗੇ। ਤੇ ਉਹ ਫਿਰ ਦੁਬਾਰਾ ਆਏ 5-4 ਸਾਲਾਂ ਦੇ ਵਿੱਚ, ਆਈ ਥਿੰਕ 3 ਸਾਲਾਂ ਦੇ ਵਿੱਚ, ਤੇ ਉਹ ਮਹਾਰਾਣੀ ਐਲਿਜ਼ਾਬੈਥ ਤੋਂ ਇੱਕ ਸ਼ਾਹੀ ਲੈਟਰ ਲਿਖਾ ਕੇ ਲਿਆਏ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਇਹਨਾਂ ਨੂੰ ਇੰਡੀਆ ਦੇ ਵਿੱਚ ਵਪਾਰ ਕਰਨ ਦੀ ਜਿਹੜੀ ਹੈਗੀ ਅਨੁਮਤੀ ਦਿੱਤੀ ਜਾਵੇ। ਤੇ ਬਸ ਉਦੋਂ ਹੀ ਜਹਾਂਗੀਰ ਸਾਹਿਬ ਨੇ ਕੰਡੇ ਬੀਜ ਲਏ, ਉਦੋਂ ਦੇ ਕੰਡੇ ਬੀਜੇ ਹੋਏ ਹੁਣ ਤੱਕ ਚੁਗੀ ਜਾਂਦੇ ਆ। ਸੋ ਨੈਕਸਟ ਲੈਕਚਰ ਦੇ ਵਿੱਚ ਆਪਾਂ ਕਰਦੇ ਹਾਂ ਸ਼ੁਰੂ ਜੀ ਪਹਿਲੇ ਰਾਈਟਰ ਤੋਂ, ਐਲਿਜ਼ਾਬੈਥਨੇਜ਼ ਦੇ, ਦੈਟ ਇਜ਼ ਐਡਮੰਡ ਸਪੈਂਸਰ। ਸਾਡੇ ਨਾਲ ਜੁੜੇ ਰਹੋ ਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ, ਲਾਈਕ ਕਰਦੇ ਰਹੋ, ਸਬਸਕ੍ਰਾਈਬ ਕਰੋ ਜੀ ਚੈਨਲ ਨੂੰ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਤੱਕ ਇਹ ਪਹੁੰਚ ਸਕੇ। ਬਹੁਤ ਬਹੁਤ ਧੰਨਵਾਦ। ਆਪਾਂ ਫਿਰ ਮਿਲਦੇ ਹਾਂ ਨਵੇਂ ਲੈਕਚਰ ਨਾਲ ਐਡਮੰਡ ਸਪੈਂਸਰ ਸਾਹਿਬ ਨਾਲ, ਹੈ ਨਾ। ਓਕੇ, ਥੈਂਕ ਯੂ ਵੈਰੀ ਮੱਚ।